ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੰਗਲੈਂਡ ਦੇ ਚੋਣ ਨਤੀਜਿਆਂ ਤੋਂ ਬਾਅਦ ਵਿਸ਼ਵ ਭਰ ਦੇ ਵਿੱਚ ਉਹਨਾਂ ਪੰਜਾਬੀਆਂ ਦੇ ਬਾਰੇ, ਉਹਨਾਂ ਸਿੱਖਾਂ ਦੇ ਬਾਰੇ ਜਿਨ੍ਹਾਂ ਨੇ ਬਹੁਤ ਜਿਹੜੀਆਂ ਸਮਾਜਿਕ ਚੁਣੌਤੀਆਂ ਨੂੰ ਸਹਾਰਦਿਆਂ ਝੱਲਦਿਆਂ ਇਹਨਾਂ ਮੁਲਕਾਂ ਦੇ ਵਿੱਚ, ਪੱਛਮੀ ਮੁਲਕਾਂ ਦੇ ਵਿੱਚ ਇਸ ਸਿਸਟਮ ਦਾ ਹਿੱਸਾ ਬਣੇ ਤੇ ਆਪਣੀ ਧਾਕ ਜਮਾਈ, ਆਪਣਾ ਲੋਹਾ ਮਨਵਾਇਆ। ਔਰ ਇਹ ਕਿਉਂਕਿ ਇਹ ਗੱਲ ਇਸ ਕਰਕੇ ਵੀ ਥੋੜੀ ਜਿਹੀ ਅਹਿਮੀਅਤ ਇਹਦੀ ਹੋ ਜਾਂਦੀ ਹੈ ਕਿਉਂਕਿ ਜਿਸ ਇੰਗਲੈਂਡ ਨੇ ਭਾਰਤ ਨੂੰ, ਪੰਜਾਬ ਨੂੰ, ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਿਆ ਔਰ ਸਿੱਖ ਰਾਜ ਦਾ ਜਿਹੜਾ ਐਂਡ ਹੁੰਦਾ ਉਹ ਅੰਗਰੇਜ਼ਾਂ ਦੀ ਚੜ੍ਹਾਈ ਤੋਂ ਬਾਅਦ ਹੁੰਦਾ, ਕਿਉਂਕਿ ਆਪਾਂ ਦੇਖਿਆ ਕਿ ਸਭ ਤੋਂ ਘੱਟ ਸਮਾਂ ਜੇਕਰ ਭਾਰਤ ਦੇ ਵਿੱਚ ਕੋਈ ਖਿੱਤਾ ਗੁਲਾਮ ਰਿਹਾ ਇੰਗਲੈਂਡ ਦਾ ਤੇ ਉਹ ਪੰਜਾਬੀ ਹੈ। ਤੇ ਸਿੱਖ ਰਾਜ ਦਾ ਜਿਹੜਾ ਪਤਨ ਕਹਿ ਸਕਦੇ ਹਾਂ ਜਾਂ ਉਹ ਜਿਹੜਾ ਖਾਤਮਾ ਉਹ ਵੀ ਇੰਗਲੈਂਡ ਨੇ ਕੀਤਾ ਸੀ। ਪਰ ਅੱਜ ਉਸੇ ਥਾਂ ਤੋਂ ਉੱਠੇ, ਉਸ ਖਿੱਤੇ ਦੇ ਵਿੱਚੋਂ ਉੱਠੇ, ਉਸ ਇਲਾਕੇ ਦੇ ਵਿੱਚੋਂ ਉੱਠੇ ਲੋਕ ਇੰਗਲੈਂਡ ਦੇ ਵਿੱਚ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ। 10 ਦੇ ਕਰੀਬ ਇਹਨਾਂ ਦੀ ਗਿਣਤੀ ਹੈ। ਕਿੱਥੋਂ ਕਿੱਥੋਂ ਚੁਣੇ ਗਏ ਨੇ, ਕਿੰਨੀਆਂ ਕੁ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ, ਇਹ ਤਾਂ ਚਰਚਾ ਕਰਾਂਗੇ ਹੀ। ਇਹਦੇ ਨਾਲ ਇੱਕ ਚਰਚਾ ਹੋਰ ਬਣਦੀ ਹੈ ਕਿ ਕੈਨੇਡਾ ਦੇ ਨਾਲ ਕੈਨੇਡਾ ਦੇ ਵਿੱਚ ਤਾਂ ਬਹੁਤ ਵੱਡੀ ਗਿਣਤੀ ਹੈ ਪੰਜਾਬੀਆਂ ਦੀ, ਸਿੱਖਾਂ ਦੀ, ਜਿਨ੍ਹਾਂ ਨੇ ਵੱਖ-ਵੱਖ ਅਹੁਦਿਆਂ 'ਤੇ ਜਿਹੜੇ ਗਏ ਨੇ ਔਰ ਉਹਨਾਂ 'ਤੇ ਮਾਣ ਰਹਿੰਦਾ ਹਮੇਸ਼ਾ ਸਿੱਖਾਂ ਨੂੰ, ਪੰਜਾਬੀਆਂ ਨੂੰ। ਤੇ ਇਹਦੇ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਕਦੋਂ ਮਰਹਲੇ ਆਏ ਜਦੋਂ ਪੰਜਾਬੀਆਂ ਨੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਸਿਆਸਤ ਦੇ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ। ਔਰ ਮੈਂ ਇੱਕ ਗੱਲ ਇੱਥੇ ਸਾਫ਼ ਕਰ ਦੇਣੀ ਚਾਹੁੰਦਾ ਕਿ ਅੱਜ ਆਪਾਂ ਸਿਰਫ ਸਿਆਸਤਦਾਨਾਂ ਦੀ ਗੱਲ ਕਰਾਂਗੇ। ਅੱਜ ਜੇ ਕੋਈ, ਜਿਵੇਂ ਹੁਣ ਲੰਘੇ ਦਿਨਾਂ ਦੇ ਵਿੱਚ ਆਪਾਂ ਅਮਰੀਕਾ ਤੋਂ ਖਬਰ ਦੇਖੀ ਸੀ ਕਿ ਇੱਕ ਫ੍ਰਿਜ਼ਨੋ ਦੇ ਵਿੱਚ ਇੱਕ ਨੌਜਵਾਨ ਜਿਹੜਾ ਉਹ ਪਹਿਲਾ ਜੱਜ ਬਣੂਗਾ, ਸਿੱਖ ਜੱਜ ਬਣੂਗਾ ਜਿਹੜਾ, ਉਹਦੇ ਬਾਰੇ। ਤੇ ਇਹਦੇ ਨਾਲ ਇੰਗਲੈਂਡ ਦੇ ਵਿੱਚ ਇੱਕ ਬੀਬੀ ਉਹ ਪੜ੍ਹ ਲਿਖ ਕੇ ਜੱਜ ਬਣੀ ਸੀਗੀ। ਤੇ ਹੋਰ ਸਿੰਗਾਪੁਰ ਦੇ ਵਿੱਚ ਤੁਸੀਂ ਦੇਖ ਲਓ ਕਿ ਬੜੀਆਂ ਵੱਡੇ ਅਹੁਦਿਆਂ 'ਤੇ ਸਿੱਖ ਪਹੁੰਚੇ ਨੇ, ਪੰਜਾਬੀ ਪਹੁੰਚੇ ਨੇ। ਉਹਨਾਂ ਦੀ ਨਹੀਂ ਅੱਜ ਗੱਲ ਸਿਰਫ ਜਿਹੜੇ ਇਲੈਕਟਡ ਐਮਪੀਜ਼ ਨੇ ਜਾਂ ਇਲੈਕਟਡ ਵੱਖ-ਵੱਖ ਵੋਟਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ, ਚਾਹੇ ਉਹ ਸਿਟੀ ਦੀਆਂ ਹੋਣ, ਚਾਹੇ ਉਹ ਐਮਪੀ ਦੀਆਂ ਹੋਣ, ਚਾਹੇ ਕਿਸੇ ਵੀ ਤਰ੍ਹਾਂ ਦੀਆਂ, ਉਹਨਾਂ ਦੇ ਵੋਟਾਂ ਦੀ ਗੱਲ ਕਰਾਂਗੇ ਅੱਜ ਆਪਾਂ, ਔਰ ਨਾ ਕਿ ਵੱਖ-ਵੱਖ ਅਹੁਦਿਆਂ 'ਤੇ ਪਹੁੰਚਣ ਵਾਲੇ। ਉਹਦਾ ਜ਼ਿਕਰ ਕਦੇ ਫੇਰ ਕਰਾਂਗੇ ਕਿਉਂਕਿ ਇਹ ਫਿਰ ਫਹਿਰਿਸਤ ਲਿਸਟ ਬੜੀ ਲੰਬੀ ਹੋ ਜਾਣੀ ਹੈ ਤੇ ਫਿਰ ਸਾਰਿਆਂ ਦਾ ਜ਼ਿਕਰ ਕਰਨਾ ਔਖਾ ਹੋ ਜਾਊਗਾ। ਤੇ 5 ਮੁਲਕਾਂ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਇੰਗਲੈਂਡ ਦੀ ਆਪਾਂ ਇੰਗਲੈਂਡ ਦੇ ਹਵਾਲੇ ਦੇ ਨਾਲ ਆਪਾਂ ਗੱਲ ਕਰਾਂਗੇ। ਤੇ ਅੱਜ ਜਿਹੜੇ ਇੰਗਲੈਂਡ ਦੇ ਨਤੀਜੇ ਆਏ ਆ, ਉਹਨਾਂ ਨਤੀਜਿਆਂ ਦੇ ਹਿਸਾਬ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਲੇਬਰ ਪਾਰਟੀ 14 ਸਾਲਾਂ ਬਾਅਦ ਬ੍ਰਿਟੇਨ ਦੀ ਸੱਤਾ ਦੇ ਵਿੱਚ ਵਾਪਸੀ ਕੀਤੀ ਹੈ ਇਹਨੇ। ਸਰਕਾਰ ਬਣਾਉਣ ਦੇ ਲਈ ਜਿਹੜੀਆਂ ਸੀਟਾਂ ਚਾਹੀਦੀਆਂ 326 ਜਿਹੜਾ ਅੰਕੜਾ ਹੈ ਉਹ ਇਹਨਾਂ ਨੇ ਪਾਰ ਕਰ ਲਿਆ। ਕੀਅਰ ਸਟਾਰਮਰ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ 1997 ਤੋਂ ਬਾਅਦ ਪਾਰਟੀ ਵੱਡੀ ਜਿੱਤ ਵੱਲ ਵੱਧ ਰਹੀ ਹੈ। ਤੇ ਰਿਸ਼ੀ ਸੁਨਾਕ ਦਾ ਉੱਥੋਂ ਬੋਰੀਆ ਬਿਸਤਰਾ ਗੋਲ ਹੋ ਗਿਆ, ਜਾਣਾ ਹੀ ਪੈਣਾ, ਮਤਲਬ ਉਹਨਾਂ ਨੂੰ ਉੱਥੋਂ ਜਾਣਾ ਹੀ ਪੈਣਾ। ਲੇਬਰ ਪਾਰਟੀ ਨੇ ਹੁਣ ਤੱਕ 410 ਸੀਟਾਂ ਜਿੱਤੀਆਂ ਨੇ ਤੇ ਜਿਹੜੀ ਕੰਜ਼ਰਵੇਟਿਵ ਰਿਸ਼ੀ ਸੁਨਾਕ ਦੀ ਪਾਰਟੀ ਸੀ, ਸੂਨਕ ਦੀ ਪਾਰਟੀ ਸੀ, ਉਹ ਸਿਰਫ 119 ਸੀਟਾਂ 'ਤੇ ਜਿੱਤ ਹਾਸਲ ਕਰ ਸਕੀ ਹੈ। ਸੋ ਹੁਣ ਜਿਹੜੇ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਸ ਦੇ ਨੁਮਾਇੰਦੇ ਚੁਣੇ ਗਏ ਨੇ, ਹਾਊਸ ਆਫ ਕਾਮਨਸ ਦੀਆਂ ਉੱਥੇ 650 ਸੀਟਾਂ ਨੇ। ਪੰਜਾਬੀ ਉਮੀਦਵਾਰ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ, ਤਰਨਮਨਜੀਤ ਸਿੰਘ ਢੇਸੀ ਜਾਣਿਆ ਪਛਾਣਾ ਨਾਮ ਨੇ ਔਰ ਸਿੱਖ ਇਸ਼ੂਜ਼ ਦੇ ਉੱਤੇ, ਪੰਜਾਬੀਆਂ ਦੇ ਇਸ਼ੂਜ਼ ਦੇ ਉੱਤੇ, ਪੰਜਾਬ ਦੇ ਇਸ਼ੂਜ਼ ਦੇ ਉੱਤੇ ਲਗਾਤਾਰ ਬੋਲਦੇ ਰਹਿੰਦੇ ਨੇ, ਬੜੀ ਵਿਬਾਕ ਬੋਲਦੇ ਨੇ। ਉਹਨਾਂ ਨੂੰ 14,666 ਤੇ ਦੂਜੇ ਨੰਬਰ 'ਤੇ ਰਹੇ ਆਜ਼ਾਦ ਉਮੀਦਵਾਰ ਅਜ਼ਹਰ ਕੋਣ ਨੂੰ 11,000 ਵੋਟਾਂ ਨਾਲ ਵੋਟਾਂ ਮਿਲੀਆਂ ਨੇ। ਇੱਥੇ ਕੰਜ਼ਰਵੇਟਿਵ ਉਮੀਦਵਾਰ ਸੀਗੇ ਮੋਨਿਕ ਕੌਰ ਨੰਦਾ, ਉਹ ਤੀਜੇ ਨੰਬਰ ਉੱਤੇ ਰਹੇ ਨੇ। ਤਰਨਮਨਜੀਤ ਸਿੰਘ ਢੇਸੀ ਔਰ ਤਨ ਢੇਸੀ ਜਿਹੜੇ ਨੇ ਉਹ ਸਲੋਹ ਤੋਂ ਸੀਗੇ ਲੇਬਰ ਪਾਰਟੀ ਦੇ ਉਮੀਦਵਾਰ। ਲੇਬਰ ਪਾਰਟੀ 14 ਸਾਲਾਂ ਬਾਅਦ ਸੱਤਾ ਦੇ ਵਿੱਚ ਵਾਪਸੀ ਕਰ ਰਹੀ ਹੈ। ਸੋ ਤਰਨਮਨਜੀਤ ਸਿੰਘ ਢੇਸੀ ਨੂੰ ਬਹੁਤ ਵਾਰ ਰੋਕਿਆ ਵੀ ਗਿਆ ਔਰ ਲੰਘੇ ਦਿਨਾਂ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ ਐਸਏ ਤੇ ਦੋ ਜਿਹੜੇ ਸਾਡੇ ਇੱਥੋਂ ਲਿਸਨਰ ਨੇ, ਪੰਜਾਬੀ ਰੇਡੀਓ ਐਸਏ ਦੇ ਸਰੋਤੇ ਨੇ, ਉਹਨਾਂ ਦੇ ਹਵਾਲੇ ਦੇ ਨਾਲ ਇੱਕ ਜਿਹੜੀ ਆਡੀਓ ਹੈ ਉਹ ਤੁਸੀਂ ਸੁਣੀ ਹੋਣੀ ਹੈ ਸਾਰਿਆਂ ਨੇ। ਉਸ ਆਡੀਓ ਦੇ ਵਿੱਚ ਉਹਨਾਂ ਨੇ ਆਪਣੇ ਪਰਸਨਲੀ ਤੌਰ 'ਤੇ ਪੰਜਾਬੀ ਰੇਡੀਓ ਐਸਏ 'ਤੇ ਐਡ ਚਲਾ ਕੇ ਲੋਕਾਂ ਨੂੰ, ਅਮਰੀਕਾ ਵਸਦੇ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਇਹ ਅਪੀਲ ਕੀਤੀ ਸੀਗੀ ਕਿ ਤਰਨਮਨਜੀਤ ਸਿੰਘ ਢੇਸੀ ਨੂੰ ਵੋਟਾਂ ਜ਼ਰੂਰ ਪਾਇਓ। ਸੋ ਉੱਥੇ ਇਹ ਜਿੱਤ ਗਏ ਨੇ ਹੁਣ। ਤੇ ਇਹਨਾਂ ਨੂੰ ਇੰਡੀਆ ਦੇ ਵਿੱਚ ਡਿਟੇਨ ਤਾਂ ਨਹੀਂ ਕਹਿ ਸਕਦੇ ਆਪਾਂ, ਡਿਟੇਨ ਲਫ਼ਜ਼ ਤਾਂ ਬਹੁਤ ਵੱਡਾ ਹੋ ਜਾਂਦਾ, ਪਰ ਇਹਨਾਂ ਨੂੰ ਰੋਕਿਆ ਜ਼ਰੂਰ ਗਿਆ ਏਅਰਪੋਰਟ ਦੇ ਉੱਤੇ। ਤੇ ਇਹਨਾਂ ਨੂੰ ਕਈ ਵਾਰੀ ਪੁੱਛ ਪੜਤਾਲ ਵੀ ਹੋਈ ਹੈ ਕਿਉਂਕਿ ਐਮਪੀ ਨੇ ਤੇ ਪੰਜਾਬੀਆਂ ਦੇ ਮਸਲੇ ਉੱਤੇ ਬੜੇ ਖੁੱਲ੍ਹੇ ਦਿਲ ਦੇ ਨਾਲ ਟਿੱਪਣੀਆਂ ਕਰਦੇ ਨੇ, ਬੋਲਦੇ ਰਹਿੰਦੇ ਨੇ। ਬਰਮਿੰਗਮ ਐਜ ਵੈਸਟਰਨ ਤੋਂ ਲੇਬਰ ਉਮੀਦਵਾਰ ਪ੍ਰੀਤ ਗਿੱਲ ਜੇਤੂ ਰਹੇ ਨੇ, ਕਾਫੀ ਪ੍ਰਭਾਵੀ ਨਾਮ ਮੰਨਿਆ ਜਾਂਦਾ। ਉਹਨਾਂ ਨੂੰ 16,599 ਤੇ ਦੂਜੇ ਨੰਬਰ 'ਤੇ ਕੰਜ਼ਰਵੇਟਿਵ ਉਮੀਦਵਾਰ ਅਸ਼ਵੀਰ ਸੰਘਾ ਨੂੰ 8231 ਵੋਟਾਂ ਮਿਲੀਆਂ ਨੇ। ਇੱਥੇ ਮੈਂ ਇੱਕ ਗੱਲ ਹੋਰ ਸਾਫ਼ ਕਰ ਦਿੰਦਾ ਕਿ ਜਿਹੜੇ ਮੋਨਿਕ ਕੌਰ ਨੰਦਾ ਨੇ ਜਾਂ ਅਸ਼ਵੀਰ ਸੰਘਾ ਨੇ ਜਾਂ ਰੀਵਾ ਗੁੱਡੀ ਨੇ, ਪ੍ਰਭਦੀਪ ਸਿੰਘ ਨੇ, ਸੈਲੀ ਸਮਿੰਗਟਨ ਨੇ ਤੇ ਹੋਰ ਜਿਹੜੇ ਲੋਕ ਨੇ ਜਿਹੜੇ ਜਿੱਤੇ ਨਹੀਂਗੇ
ਪਰ ਆਉਂਦੇ ਉਹ ਪੰਜਾਬੀਆਂ ਚੋਂ ਹੀ ਨੇ, ਆਉਂਦੇ ਉਹ ਸਿੱਖ ਭਾਈਚਾਰੇ ਦੇ ਵਿੱਚੋਂ ਹੀ ਹੈ। ਪਰ ਆਪਾਂ ਗੱਲ ਕਿਉਂਕਿ ਜਿੱਤਿਆਂ ਦੀ ਕਰ ਰਹੇ ਹਾਂ ਤੇ ਇਸ ਕਰਕੇ ਉਮੀਦਵਾਰ ਤਾਂ ਬਹੁਤ ਸ਼ਾਇਦ 20 ਤੋਂ ਜ਼ਿਆਦਾ ਉਮੀਦਵਾਰ ਕਿਸਮਤ ਅਜ਼ਮਾ ਰਹੇ ਸੀ, ਜੇ ਮੈਂ ਗਲਤ ਨਾ ਹੋਵਾਂ ਤਾਂ। ਤੇ ਇਸੇ ਤਰ੍ਹਾਂ ਫਿਲਥਾਮ ਤੇ ਹੇਸਟੋਨ ਤੋਂ ਲੇਬਰ ਉਮੀਦਵਾਰ ਸੀਮਾ ਮਲਹੋਤਰਾ ਜੇਤੂ ਰਹੇ ਨੇ, ਉਹਨਾਂ ਨੂੰ 16,139 ਵੋਟਾਂ ਮਿਲੀਆਂ ਨੇ। ਰੀਵਾ ਗੁੱਡੀ ਨੂੰ 8,195 ਵੋਟਾਂ ਮਿਲੀਆਂ ਨੇ ਤੇ ਰਿਫਾਰਮ ਪਾਰਟੀ ਦੇ ਪ੍ਰਭਦੀਪ ਸਿੰਘ 5,000 ਵੋਟ ਲੈ ਜਾਂਦੇ ਨੇ। ਸਾਊਥ ਵੈਸਟ ਹਾਰਟਫੋਰਡਸ਼ਾਇਰ ਤੋਂ ਕੰਜ਼ਰਵੇਟਿਵ ਉਮੀਦਵਾਰ ਸੀਗੇ ਗਗਨ ਮਹਿੰਦਰਾ ਜੇਤੂ ਰਹੇ ਨੇ, ਉਹਨਾਂ ਨੂੰ 16,458 ਤੇ ਲਿਬਰਲ ਡੈਮੋਕ੍ਰੇਟ ਪਾਰਟੀ ਦੇ ਸੈਲੀ ਸਮਿੰਗਟਨ ਨੂੰ 12,000 ਤੇ ਲੇਬਰ ਪਾਰਟੀ ਇੱਥੇ ਤੀਜੇ ਨੰਬਰ ਉੱਤੇ ਰਹੀ ਹੈ। ਗੁਰਿੰਦਰ ਸਿੰਘ ਜੋਸਨ ਜਿਹੜੇ ਕਿ ਸਮਿਥਵਿਕ ਤੋਂ ਲੇਬਰ ਉਮੀਦਵਾਰ ਸੀਗੇ ਲੇਬਰ ਪਾਰਟੀ ਦੇ, ਇਹ ਜੇਤੂ ਰਹੇ ਨੇ, ਇਹਨਾਂ ਨੂੰ 16,858 ਵੋਟਾਂ ਪਈਆਂ ਨੇ। ਜਦਕਿ ਰਿਫਾਰਮ ਯੂਕੇ ਪਾਰਟੀ ਦੇ ਪੈਟੇ ਡੈਨਰੇਲ ਨੂੰ ਇਸੇ ਇਲਾਕੇ ਤੋਂ 5,670 ਵੋਟਾਂ ਮਿਲੀਆਂ ਨੇ। ਇਸੇ ਤਰ੍ਹਾਂ ਡੁਡਲੇ ਤੋਂ ਲੇਬਰ ਉਮੀਦਵਾਰ ਸੀਗੇ ਸੋਨੀਆ ਕੁਮਾਰ, ਇਹ ਜੇਤੂ ਰਹੇ ਨੇ, 12,215 ਵੋਟਾਂ ਇਹਨਾਂ ਨੂੰ ਮਿਲੀਆਂ ਨੇ ਤੇ ਮਾਰਕੋ ਲੌਂਗੀ ਨੂੰ ਇਹਨਾਂ ਨੇ ਹਰਾ ਦਿੱਤਾ, ਕੰਜ਼ਰਵੇਟਿਵ ਉਮੀਦਵਾਰ ਸੀਗੇ। ਇਲਫੋਰਡ ਤੋਂ ਜਸ ਅਠਵਾਲ ਜੇਤੂ ਰਹੇ ਨੇ, ਇਹਨਾਂ ਨੇ ਆਜ਼ਾਦ ਉਮੀਦਵਾਰ ਨੂਰ ਮੇਗਮ ਨੂੰ ਹਰਾਇਆ, ਕੰਜ਼ਰਵੇਟਿਵ ਪਾਰਟੀ ਇੱਥੇ ਤੀਜੇ ਨੰਬਰ ਤੇ ਰਹੀ ਹੈ। ਸਾਊਥਹੈਂਪਟਨ ਤੋਂ ਜਿਹੜਾ ਲੇਬਰ ਉਮੀਦਵਾਰ ਸਤਵੀਰ ਕੌਰ ਜੇਤੂ ਰਹੇ ਨੇ, ਉਹਨਾਂ ਨੂੰ 15,000 ਤੋਂ ਵੱਧ ਵੋਟਾਂ ਪਈਆਂ ਨੇ ਤੇ ਇੱਥੇ ਉਹਨਾਂ ਨੇ ਬੈਨ ਬਰੰਕਫਾਈਲਰ ਨੂੰ ਹਰਾ ਦਿੱਤਾ, ਜਿਹੜੇ ਕਿ ਕੰਜ਼ਰਵੇਟਿਵ ਉਮੀਦਵਾਰ ਸੀਗੇ। ਹਡਰਸਫੀਲਡ ਤੋਂ ਲੇਬਰ ਉਮੀਦਵਾਰ ਹਰਪ੍ਰੀਤ ਉੱਪਲ ਜੇਤੂ ਰਹੇ ਨੇ, ਉਹਨਾਂ ਨੂੰ 15,000 ਵੋਟਾਂ ਮਿਲੀਆਂ ਨੇ ਤੇ ਦੂਜੇ ਨੰਬਰ ਉੱਤੇ ਗ੍ਰੀਨ ਪਾਰਟੀ ਦੇ ਐਂਡਰਿਊ ਕੂਪਰ ਨੂੰ 10,568 ਵੋਟਾਂ ਮਿਲੀਆਂ ਨੇ। ਕੰਜ਼ਰਵੇਟਿਵ ਪਾਰਟੀ ਇੱਥੇ ਵੀ ਤੀਜੇ ਨੰਬਰ ਤੇ ਰਹੀ ਹੈ। ਵੁਲਵਰਹੈਂਪਟਨ ਵੈਸਟ ਤੋਂ ਲੇਬਰ ਉਮੀਦਵਾਰ ਵਰਿੰਦਰ ਜਸ ਜੇਤੂ ਰਹੇ ਨੇ, ਉਹਨਾਂ ਨੂੰ 19,000 ਵੋਟਾਂ ਮਿਲੀਆਂ ਨੇ, ਜਦਕਿ ਕੰਜ਼ਰਵੇਟਿਵ ਉਮੀਦਵਾਰ ਮਾਈਕ ਨਿਊਟਨ ਨੂੰ 11,000 ਵੋਟਾਂ ਮਿਲੀਆਂ ਨੇ। ਸੋ ਇਹ ਤੁਸੀਂ ਦੇਖ ਲਓ ਕਿ ਕੰਜ਼ਰਵੇਟਿਵ ਜਿਹੜੀ ਪਾਰਟੀ ਆ ਉਹਦਾ ਬਹੁਤ ਹਲਕਿਆਂ ਦੇ ਵਿੱਚ ਬੁਰਾ ਹਾਲ ਹੋਇਆ, ਉਹ ਤਕਰੀਬਨ ਤੀਜੇ ਨੰਬਰ ਤੇ ਸਿਮਟੇ ਨੇ। ਸੋ ਇਹ ਨਾਂ ਨੇ ਉਹ ਜਿਹੜੇ ਜੇਤੂ ਨੇ ਜਿਨ੍ਹਾਂ ਨੇ ਇੰਗਲੈਂਡ ਦੇ ਹੁਣ ਕਈ ਹਲਕਿਆਂ ਦੀ ਨੁਮਾਇੰਦਗੀ ਕਰਨੀ ਆ, ਔਰ ਉਸ ਇੰਗਲੈਂਡ ਦੀ ਜਿਹਨੇ ਪੰਜਾਬ ਨੂੰ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਿਆ ਸੀਗਾ। ਅੱਜ ਉੱਥੇ ਹੁਣ ਕਹਿੰਦੇ ਕਿ ਬੜਾ ਫਰਕ ਹੈ ਇੰਗਲੈਂਡ ਦੇ ਰਾਜ ਤੇ ਇੰਗਲੈਂਡ ਦੇ ਰਾਜ ਦੇ ਵਿੱਚ ਤੇ ਇੰਗਲੈਂਡ ਤੇ ਰਾਜ ਦੇ ਵਿੱਚ। ਸੋ ਤਰਨਮਨਜੀਤ ਸਿੰਘ ਢੇਸੀ, ਪ੍ਰੀਤ ਗਿੱਲ, ਸੀਮਾ ਮਲਹੋਤਰਾ, ਗਗਨ ਮਹਿੰਦਰਾ ਤੇ ਇਸੇ ਤਰ੍ਹਾਂ ਗੁਰਿੰਦਰ ਸਿੰਘ ਜੋਸਨ ਤੇ ਸੋਨੀਆ ਕੁਮਾਰ, ਜਸ ਅਠਵਾਲ, ਸਤਵੀਰ ਕੌਰ, ਹਰਪ੍ਰੀਤ ਉੱਪਲ, ਵਰਿੰਦਰ ਜਸ, ਇਹ ਜੇਤੂ ਰਹੇ ਨੇ ਇੰਗਲੈਂਡ ਦੇ ਵਿੱਚ। ਹੁਣ ਇਹ ਇਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸਿੱਖ ਇਸ਼ੂਜ਼ ਦੇ ਉੱਤੇ, ਪੰਜਾਬੀਆਂ ਦੇ ਮਸਲਿਆਂ ਉੱਤੇ ਇੰਗਲੈਂਡ ਦੇ ਜਿਹੜਾ ਹਾਊਸ ਆਫ ਕਾਮਨ ਆ ਉਹਦੇ ਵਿੱਚ ਗੱਲਬਾਤ ਕਰਨਗੇ, ਜਿਵੇਂ ਤਰਨਮਨਜੀਤ ਸਿੰਘ ਢੇਸੀ। ਇੰਗਲੈਂਡ ਹੀ ਨਹੀਂ ਕਹਿੰਦੇ, ਅਮਰੀਕਾ, ਕੈਨੇਡਾ ਤੇ ਨਿਊਜ਼ੀਲੈਂਡ ਦੇ ਵਰਗੇ ਮੁਲਕਾਂ ਦੇ ਵਿੱਚ ਵੀ ਪੰਜਾਬੀਆਂ ਦੀ ਚੜ੍ਹਤ ਹੈ। ਗੁਰਮੇਸ਼ ਸਿੰਘ MP ਨੇ ਉੱਥੇ ਜਿਹੜੇ ਮੈਂਬਰ ਆਫ ਕਾਪਸ ਹਾਰਬਰ ਤੋਂ ਮੈਂਬਰ ਆਸਟ੍ਰੇਲੀਆ ਦੇ ਵਿੱਚ ਮੈਂ ਗੱਲ ਕਰ ਰਿਹਾ, ਉਹ ਮਿਨਿਸਟਰ ਵੀ ਰਹੇ ਨੇ ਟੂਰਿਜ਼ਮ ਤੇ ਸ਼ੈਡੋ ਮਿਨਿਸਟਰ ਰਹੇ ਨੇ ਐਮਰਜੈਂਸੀ ਸਰਵਿਸ ਤੇ ਸ਼ੈਡੋ ਮਿਨਿਸਟਰ ਰਹੇ ਨੇ ਫੋਰ ਨਾਰਥ ਕੋਸਟ ਦੇ ਵਿੱਚ, ਤੇ ਡਿਪਟੀ ਲੀਡਰ ਆਫ ਦਾ ਨੈਸ਼ਨਲਸ ਵੀ ਉਹ ਰਹੇ ਨੇ ਗੁਰਮੇਸ਼ ਸਿੰਘ MP ਨੇ ਆਸਟ੍ਰੇਲੀਆ ਦੇ ਵਿੱਚ। ਨਿਊਜ਼ੀਲੈਂਡ ਦੇ ਵਿੱਚ ਪ੍ਰਭਾਵੀ ਨਾਂ ਨੇ ਕਮਲਜੀਤ ਸਿੰਘ ਬਖਸ਼ੀ, ਡਾਕਟਰ ਪਰਮਜੀਤ ਪਰਮਾਰ ਤੇ ਇਹ ਜਿਹੜੇ ਨੇ ਉਹ 121 ਮੈਂਬਰੀ ਪਾਰਲੀਮੈਂਟ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਚੁਣੇ ਗਏ ਸੀਗੇ। ਕਮਲਜੀਤ ਸਿੰਘ ਬਖਸ਼ੀ ਕਹਿੰਦੇ ਕਿ 4 ਵਾਰੀ ਸ਼ਾਇਦ ਉਹ ਚੁਣੇ ਗਏ ਨੇ ਤੇ ਪਰਮਜੀਤ ਕੌਰ ਸੈਕਿੰਡ ਵਾਰੀ ਚੁਣੇ ਗਏ ਨੇ, ਜਦਕਿ ਇੱਕ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਜਿਹੜੇ ਕਿ ਭਾਰਤੀ ਮੂਲ ਦੇ ਨੇ ਉਹਨਾਂ ਦਾ ਡੈਬਿਊ ਹੋਇਆ ਸੀਗਾ। ਆਸਟ੍ਰੇਲੀਆ ਦੇ ਵਿੱਚ ਕਹਿੰਦੇ ਜਿਹੜੀਆਂ 2022 ਦੇ ਵਿੱਚ ਚੋਣਾਂ ਹੋਈਆਂ ਸੀ ਉਹਦੇ ਵਿੱਚ 17 ਇੰਡੀਅਨ ਓਰੀਜਨ ਕੈਂਡੀਡੇਟ ਸੀਗੇ ਤੇ 6 ਉਹਨਾਂ ਦੇ ਵਿੱਚੋਂ ਪੰਜਾਬੀ ਸੀਗੇ, ਜਿਨ੍ਹਾਂ ਦੇ ਵਿੱਚ ਨਵਦੀਪ ਸਿੰਘ ਸਿੱਧੂ ਗ੍ਰੀਨ ਪਾਰਟੀ ਦੀ ਟਿਕਟ ਤੇ ਲੜ ਰਹੇ ਸੀ ਕੁਈਨਜ਼ਲੈਂਡ ਤੋਂ, ਤੇ ਰਾਜਨ ਵੈਦ ਜਿਹੜੇ ਨੇ ਮੈਕਿਨ ਤੋਂ, ਜੁਗਨਦੀਪ ਸਿੰਘ ਲਿਬਰਲ ਪਾਰਟੀ ਤੋਂ ਲੜ ਰਹੇ ਸੀਗੇ। ਇਸੇ ਤਰ੍ਹਾਂ ਜੇ ਆਪਾਂ ਹੋਰਾਂ ਦੀ ਗੱਲ ਕਰੀਏ ਤਾਂ ਉਹ ਜਿਹੜੇ ਨੇ ਕਈ ਹੋਰ ਉਮੀਦਵਾਰ ਵੀ ਜਿਹੜੇ ਇਸ ਆਸਟ੍ਰੇਲੀਆ ਦੀ ਇਸ ਚੋਣ ਦਾ ਜਿਹੜੇ ਉਹ ਹਿੱਸਾ ਸੀਗੇ। ਸੋ ਇੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਜਿਹੜੇ ਪੰਜਾਬੀ ਨੇ ਉਹ ਪ੍ਰਭਾਵੀ ਰੂਪ ਦੇ ਵਿੱਚ ਜਾਂ ਪ੍ਰਭਾਵੀ ਜਿਹੜੇ ਕਹਿ ਸਕਦੇ ਹਾਂ ਇੱਕ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਉਹਨਾਂ ਨੇ ਆਪਣੀ ਹਾਜ਼ਰੀ ਜਿਹੜੀ ਆ ਉਹ ਦਰਜ ਕਰਵਾਈ ਹੈ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਅਮਰੀਕਾ ਦੇ ਵਿੱਚ ਵੀ ਜਿਹੜੇ ਕਈ ਜਿਵੇਂ ਦਲੀਪ ਸਿੰਘ ਸੌਂਦ ਜਾਂ ਹੋਰ ਯੂਬਾ ਸਿਟੀ ਤੋਂ ਇੱਕ ਮੈਂਬਰ ਪਾਰਲੀਮੈਂਟ ਬਣੇ ਸੀਗੇ ਸਿੰਘ, ਉਹਨਾਂ ਦੇ ਬਾਰੇ ਤੇ ਹੋਰ ਕਈ ਪਦਵੀਆਂ 'ਤੇ ਪਹੁੰਚੇ ਨੇ। ਕੈਨੇਡਾ ਦੀ ਜੇ ਗੱਲ ਕਰੀਏ, ਕੈਨੇਡਾ ਦੇ ਵਿੱਚ ਤਾਂ ਤੁਸੀਂ ਦੇਖੋ ਹਰਜੀਤ ਸਿੰਘ ਸੱਜਣ ਉਹ ਡਿਫੈਂਸ ਮਿਨਿਸਟਰ ਤੱਕ ਬਣੇ ਨੇ, ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬੜੀ ਭੱਦੀ ਜੀ ਤੇ ਬੜੀ ਹਲਕੀ ਜਿਹੀ ਇੱਕ ਟਿੱਪਣੀ ਵੀ ਕੀਤੀ ਸੀ। ਤੇ ਇਸੇ ਤਰ੍ਹਾਂ ਜਗਮੀਤ ਸਿੰਘ ਉੱਥੇ ਇੱਕ ਪਾਰਟੀ ਦੇ ਮੈਂਬਰ ਨਹੀਂ ਗੇ, ਪਾਰਟੀ ਦੇ ਕਰਤਾ ਧਰਤਾ ਨੇ, ਪ੍ਰਧਾਨ ਜਿਵੇਂ ਆਪਾਂ ਕਹਿ ਦਿੰਦੇ ਹਾਂ ਆਮ ਜਿਹੜੇ ਸ਼ਬਦ ਆ ਉਹਨਾਂ ਦੇ ਵਿੱਚ। ਤੇ ਇਸੇ ਤਰ੍ਹਾਂ ਜੇਕਰ ਆਸਟ੍ਰੇਲੀਆ ਦੇ ਵਿੱਚ ਤ੍ਰਿਮਨ ਗਿੱਲ, ਲਵਪ੍ਰੀਤ ਸਿੰਘ ਨੰਦਾ, ਹਰਮੀਤ ਕੌਰ, ਇਹ ਉਹ ਨੇ ਜਿਹੜੇ ਮਤਲਬ ਜਿਨ੍ਹਾਂ ਦੀ ਚਰਚਾ ਬਹੁਤ ਰਹੀ।
ਤੇ ਹੈਰੀ ਬੈਂਸ ਤੋਂ ਲੈ ਕੇ ਜਗਮੀਤ ਸਿੰਘ, ਬਰਦੀਸ਼ ਚੱਗਰ, ਕੈਨੇਡਾ ਦੇ ਵਿੱਚ ਤਾਂ ਬਹੁਤ ਨਾਂ ਨੇ, ਤਕਰੀਬਨ 20 ਤੋਂ ਉੱਪਰ ਨਾਂ ਹੋ ਜਾਣਗੇ। ਅਮਰੀਕਾ ਦੇ ਵਿੱਚ ਕਸ਼ਮੀਰ ਸਿੰਘ ਜਿਹੜੇ ਕਿ ਯੂਬਾ ਸਿਟੀ ਦੇ ਪਹਿਲੇ ਮੇਅਰ ਸੀਗੇ, ਕੈਲੀਫੋਰਨੀਆ ਦੇ ਵਿੱਚ ਫਸਟ ਇੰਡੀਅਨ ਅਮਰੀਕਨ ਮੇਅਰ ਸੀਗੇ ਕੈਲੀਫੋਰਨੀਆ ਦੇ ਵਿੱਚ, ਤੇ ਫਸਟ ਸਿੱਖ ਮੇਅਰ ਸੀਗੇ ਯੂਐਸ ਦੇ ਵਿੱਚ। ਹਰਪ੍ਰੀਤ ਸਿੰਘ ਸੰਧੂ ਰਿਚਮੰਡ ਕਾਉਂਟੀ ਕੌਂਸਲ ਦੇ ਮੈਂਬਰ ਬਣੇ ਸੀਗੇ। ਬਲਵੀਰ ਸਿੰਘ ਬਰਲਿੰਗਟਨ ਕਾਉਂਟੀ ਬੋਰਡ ਦੇ ਜਿਹੜੇ ਸੀਗੇ ਉਹ ਉੱਥੋਂ ਜਿੱਤੇ ਸੀਗੇ। ਦਲੀਪ ਸਿੰਘ ਸੌਂਦ ਫਸਟ ਇੰਡੀਅਨ ਅਮਰੀਕਨ ਕਾਂਗਰਸਮੈਨ ਜਿਹੜੇ ਨੇ ਡੈਮੋਕ੍ਰੈਟਿਕ ਮੈਂਬਰ ਆਫ ਦਾ ਯੂਐਸ। ਇਸ ਤਰ੍ਹਾਂ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਡਿਸਟ੍ਰਿਕਟ ਤੋਂ ਆਉਂਦੇ ਨੇ, ਇੱਕ ਬੀਬੀ ਜਿਨ੍ਹਾਂ ਨੇ 84 ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਹੋਰ ਅਹਿਮ ਇਸ਼ੂਜ਼ ਦੇ ਉੱਤੇ ਗੱਲਬਾਤ ਕੀਤੀ ਹੈ, ਉਹਨਾਂ ਦਾ ਨਾਮ ਆਉਂਦਾ, ਡਾਕਟਰ ਬੈਂਸ ਉਹਨਾਂ ਨੂੰ ਕਿਹਾ ਜਾਂਦਾ। ਤੇ ਤੁਸੀਂ ਦੇਖੋ ਕਿ ਇੱਕ ਨਾ ਬਹੁਤ ਵਧੀਆ ਰਿਪੋਰਟ ਹੈ ਜੋ ਪੜ੍ਹਨ ਵਾਲੀ ਆ, ਸਿੱਖਾਂ ਤੇ ਪੰਜਾਬੀਆਂ ਦੀ ਅਮਰੀਕਾ ਦੇ ਵਿੱਚ ਜੱਦੋ-ਜਹਿਦ ਦੀ ਗਵਾਹੀ ਭਰਦੀ ਹੈ। ਰਿਪੋਰਟ ਇੰਟਰਨੈਟ ਤੋਂ ਪੜ੍ਹਨ ਵਾਲੀ ਹੈ, ਜਿਹਦਾ ਟਾਈਟਲ ਹੀ ਸਭ ਕੁਝ ਕਹਿੰਦੇ ਬਿਆਨ ਕਰਦਾ ਹੈ। ਫਰੋਮ ਸਰਵੈਂਟਸ ਟੂ ਵੀਪੀ ਨੋਮਨੀ, ਸਰਵੈਂਟਸ ਟੂ ਵੀਪੀ ਨੋਮਨੀ, ਹਾਊ ਇੰਡੀਅਨ ਇਮੀਗ੍ਰੈਂਟਸ ਕਲੇਮਡ ਦਾ ਅਮਰੀਕਨ ਲੈਡਰ। ਮਤਲਬ ਆਪਣੇ ਆਪ ਦੇ ਵਿੱਚ ਹੀ ਇਹਦਾ ਜਿਹੜਾ ਟਾਈਟਲ ਆ ਉਹ ਬਹੁਤ ਕੁਝ ਬਿਆਨ ਕਰਦਾ ਹੈ। ਔਰ ਗੋਬਿੰਦ ਸਿੰਘ ਦਿਓ ਫਸਟ ਮੈਂਬਰ ਆਫ ਮਲੇਸ਼ੀਆ ਦੇ ਇਹ ਸੀਗੇ ਸਿੱਖ ਮਿਨੋਰਟੀ ਦੇ ਲਈ, ਤੇ ਉਹ MP ਬਣੇ ਸੀ 2008 ਦੇ ਵਿੱਚ, ਫਿਰ ਉਹਨਾਂ ਨੇ 2013 ਦੇ ਵਿੱਚ ਵੀ ਜਿੱਤੇ ਸੀਗੇ। ਜਿਵੇਂ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਕਿ ਬਹੁਤ ਸਾਰੇ ਅਹੁਦੇ ਹੋਣਗੇ ਜਿੱਥੇ ਪੰਜਾਬੀ ਪਹਿਲੀ ਵਾਰੀ ਉਸ ਅਹੁਦੇ 'ਤੇ ਪਹੁੰਚੇ ਹੋਣਗੇ, ਪਰ ਕਿਉਂਕਿ ਅੱਜ ਆਪਾਂ ਸਿਰਫ ਇਲੈਕਟਡ MPs ਦੇ ਬਾਰੇ ਗੱਲਬਾਤ ਕਰ ਰਹੇ ਹਾਂ, ਇਲੈਕਟਡ ਮੈਂਬਰਸ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਕਿ ਜਿਹੜੇ ਵੱਖ-ਵੱਖ ਪ੍ਰਭਾਵੀ ਤੌਰ 'ਤੇ ਉੱਭਰੇ, ਔਰ ਅਮਰੀਕਾ ਤੋਂ ਲੈ ਕੇ ਕੈਨੇਡਾ ਦੇ ਵਿੱਚ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਇੰਗਲੈਂਡ ਦੀ ਸਿਆਸਤ ਦੇ ਵਿੱਚ ਇਹਨਾਂ ਨੇ ਪ੍ਰਭਾਵੀ ਐਂਟਰੀ ਜਿਹੜੀ ਆ ਦਰਜ ਕਰਾਈ। ਔਰ ਇਹਨਾਂ ਹੀ ਲੋਕਾਂ ਦੇ ਨਾਲ, ਇਹਨਾਂ ਦੇ ਹੀ ਮੁਲਕ ਦੇ ਵਿੱਚ ਜਿੱਥੋਂ ਇਹ ਜੰਮੇ ਜਾਏ ਨੇ, ਜਾਂ ਜਿਹੜਾ ਇਹਨਾਂ ਦਾ ਪਹਿਲਾ ਮੁਲਕ ਆ, ਜੱਦੀ ਮੁਲਕ ਜਿਹਨੂੰ ਆਪਾਂ ਕਹਿੰਦੇ ਹਾਂ, ਉੱਥੇ ਇਹਨਾਂ ਦੇ ਨਾਲ ਕਿੰਨਾ ਧੱਕਾ ਹੋਇਆ। ਉੱਥੇ ਤੁਸੀਂ ਦੇਖੋ ਕਿ ਜਿਹੜੇ ਮੁਲਕ ਦੀ ਆਜ਼ਾਦੀ ਦੇ ਲਈ ਲੜਾਈਆਂ ਲੜੀਆਂ, ਬਾਅਦ ਦੇ ਵਿੱਚ ਪੰਜਾਬੀਆਂ ਨੂੰ ਉਸ ਮੁਲਕ, ਉਸੇ ਖਿੱਤੇ ਦੇ ਵਿੱਚ ਹੀ ਆਈਸੋਲੇਟ ਕੀਤਾ ਗਿਆ, ਮਾਰਿਆ ਕੁੱਟਿਆ ਗਿਆ। ਪਰ ਜਦੋਂ ਇਹਨਾਂ ਨੇ ਮੌਕੇ ਹਾਸਲ ਕੀਤੇ ਬਾਹਰ ਆ ਕੇ, ਇਕੱਲਾ ਇਹ ਨਹੀਂ ਗਾ ਕਿ ਆਉਂਦੇ ਹੀ ਟਿਕਟਾਂ ਮਿਲ ਗਈਆਂ, ਵੱਡ ਵਡੇਰਿਆਂ ਨੇ ਬਹੁਤ ਜ਼ਿਆਦਾ ਜਿਹੜਾ ਉਹ ਜ਼ੁਲਮ ਸਹਿਆ, ਉਹਨਾਂ ਨੇ ਸਮਾਜਿਕ ਹੱਕ ਹਕੂਕਾਂ ਵਾਸਤੇ ਜਦੋਜਹਿਦ ਕੀਤੀ। ਉਸ ਤੋਂ ਬਾਅਦ ਰੁਤਬੇ ਹਾਸਲ ਕੀਤੇ, ਬਰਾਬਰਤਾ ਦੇ ਲਈ ਲੜੇ ਉਹ। ਜਦੋਂ ਫਿਰ ਬਰਾਬਰਤਾ ਮਿਲੀ, ਜਦੋਂ ਫਿਰ ਘੋੜੀਆਂ ਮੈਦਾਨ ਦੇ ਵਿੱਚ ਭੱਜੀਆਂ, ਫਿਰ ਉਸ ਘੋੜੀ ਨੇ ਜਿੱਤਣਾ ਸੀ ਜਿਹੜੀ ਘੋੜੀ ਨੂੰ ਜਿਹਦੀ ਸੇਵਾ ਹੋਈ ਸੀ, ਜਿਹਨੇ ਮਿਹਨਤਾਂ ਕੀਤੀਆਂ। ਸੋ ਪੰਜਾਬੀਆਂ ਨੇ ਆਪਣੀਆਂ ਜਦੋਂ ਘੋੜੀਆਂ ਭਜਾਈਆਂ, ਫਿਰ ਇਹਨਾਂ ਨੇ ਜਿਤਾ ਕੇ ਵੀ ਵਿਖਾਈਆਂ, ਕਿਉਂਕਿ ਮਿਹਨਤਾਂ ਨਾਲ, ਸਿਦਕਾਂ ਦੇ ਨਾਲ, ਸਿਰੜਾਂ ਦੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਆਏ ਸੀਗੇ। ਔਰ ਹੌਲੀ ਹੌਲੀ ਇਹ ਪੰਜਾਬੀਆਂ ਦੀ, ਸਿੱਖਾਂ ਦੀ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਗਿਣਤੀ ਹੈ, ਸਿਆਸਤ ਦੇ ਵਿੱਚ ਹਾਜ਼ਰੀ ਆ, ਉਹ ਹੌਲੀ ਹੌਲੀ ਪ੍ਰਭਾਵੀ ਹੁੰਦੀ ਜਾ ਰਹੀ ਹੈ।